ਜਿਹਨੇ ਜਾਇਦਾਦ ਦੀ ਖਾਤਰ ਆਪਦੀ ਸਕੀ ਫੁੱਫੀ ਨੂੰ ਮੌਤ ਦੇ ਘਾਟ ਉਹਨਾਂ ਨੇ ਉਤਾਰ ਦਿੱਤਾ ਹੈ ਤੇ ਉਸ ਤੋਂ ਬਾਅਦ ਘਰ ਦੇ ਸੇਨ ਦੇ ਵਿੱਚ ਦਫਨ ਕਰ ਦਿੱਤਾ ਤੇ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਵੀ ਨਹੀਂ ਚੱਲਣ ਦਿੱਤਾ। ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮੈਰ ਵਕਾਰ ਅਨਵਰ। ਜ਼ਿਲ੍ਹਾ ਕਸੂਰ ਦੇ ਥਾਣਾ ਫੂਲ ਨਗਰ ਦੇ ਵਿੱਚ ਇੱਕ ਇੰਤਹਾਈ ਅਫਸੋਸਨਾਕ ਵਾਕਿਆ ਰਿਪੋਰਟ ਹੋਇਆ ਹੈ। 9 ਮਾਹ ਇਸ ਵਾਕਿਏ ਨੂੰ ਟ੍ਰੇਸ ਕਰਨ ਤੇ ਲੱਗ ਗਏ ਨੇ। ਪੁਲਿਸ ਦੀ ਬੇਹਿੱਸੀ ਜਿਹੜੀ ਏ ਉਹ ਤੁਸੀਂ ਸੋਚ ਨਹੀਂ ਸਕਦੇ ਕਿ ਇਸ ਕਦਰ ਵੀ ਹੋ ਸਕਦੀ ਏ ਕਿ ਜਿਹੜੇ ਭਤੀਜੇ ਨੇ ਜਾਇਦਾਦ ਦੀ ਖਾਤਰ ਆਪਦੀ ਸਕੀ ਫੁੱਫੀ ਨੂੰ ਮੌਤ ਦੇ ਘਾਟ ਉਹਨਾਂ ਨੇ ਉਤਾਰ ਦਿੱਤਾ ਹੈ ਤੇ ਉਸ ਤੋਂ ਬਾਅਦ ਘਰ ਦੇ ਸੇਨ ਦੇ ਵਿੱਚ ਦਫਨ ਕਰ ਦਿੱਤਾ ਤੇ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਵੀ ਨਹੀਂ ਚੱਲਣ ਦਿੱਤਾ। ਅੱਜ ਦੇ ਵਲੌਗ ਦੇ ਵਿੱਚ ਸਾਰੀ ਸਟੋਰੀ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਅਫਸੋਸਨਾਕ ਵਾਕਿਆ ਬਣਿਆ ਹੈ। ਕੁਝ ਵਕਤ ਗੁਜ਼ਰਦਾ ਹੈ ਤੇ ਜਿਹੜਾ ਸਰਦਾਰਾ ਬੀਬੀ ਦਾ ਨਾਹਕ ਕਤਲ ਕੀਤਾ ਜਾਂਦਾ ਹੈ। ਉਹਦਾ ਇੱਕ ਭਰਾ ਨਨਕਾਣਾ ਸਾਹਿਬ ਦੇ ਵਿੱਚ ਰਹਿੰਦਾ ਸੀ। ਉਹ ਭੈਣ ਨੂੰ ਲੱਭਣਾ ਸ਼ੁਰੂ ਕਰਦਾ, ਉਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਲ ਰਾਬਤੇ ਸ਼ੁਰੂ ਕਰਦਾ। ਜਿਹੜੀ ਸਰਦਾਰਾ ਬੀਬੀ ਉਹਦੀ 65 ਤੋਂ 70 ਸਾਲ ਦੇ ਕਰੀਬ ਉਮਰ FIR ਦੇ ਵਿੱਚ ਲਿਖੀ ਹੋਈ ਹੈ ਕਿ ਉਹ ਮੁxtਲਿਫ ਜਿਹੜੇ ਰਿਸ਼ਤੇਦਾਰ ਰਹਿੰਦੇ ਸੀ ਜਗ੍ਹਾ ਜਗ੍ਹਾ ਦੇ ਉੱਥੇ ਜਾਂਦੀ ਸੀ ਤੇ ਉਹਨਾਂ ਦੇ ਕੋਲ ਰਹਿੰਦੀ ਸੀ ਤੇ ਫਿਰ ਆਪਦਾ ਗੁਜ਼ਰ ਬਸਰ ਕਰਦੀ ਸੀ। ਕਦੀ ਕਿਸੇ ਰਿਸ਼ਤੇਦਾਰ ਕੋਲ, ਕਦੀ ਕਿਸੇ ਰਿਸ਼ਤੇਦਾਰ ਕੋਲ। ਤੇ ਜਦੋਂ ਉਮਰ ਜ਼ਿਆਦਾ ਹੋ ਜਾਵੇ ਤੇ ਇਸ ਤਰ੍ਹਾਂ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ 4 ਦਿਨ ਮੈਂ ਇੱਕ ਰਿਸ਼ਤੇਦਾਰ ਕੋਲ ਰਵਾਂ, 4 ਦਿਨ ਇੱਕ ਰਿਸ਼ਤੇਦਾਰ ਕੋਲ। ਇਸੇ ਤਰ੍ਹਾਂ ਹੀ ਪੱਤੋਕੀ ਦਾ ਜਿਹੜਾ ਫੂਲ ਨਗਰ ਦਾ ਇਲਾਕਾ ਹੈ ਉੱਥੇ ਉਹਦੇ ਭਤੀਜੇ ਰਹਿੰਦੇ ਸੀ ਜਿਨ੍ਹਾਂ ਦੇ ਕੋਲ ਉਹ ਆਂਦੀ ਏ ਤੇ ਉਸ ਤੋਂ ਬਾਅਦ ਉਹ ਉਹਦਾ ਨਾਹਕ ਕਤਲ ਕਰ ਦਿੰਦੇ ਨੇ। ਗਲੇ ਦੇ ਵਿੱਚ ਜਿਹੜਾ ਦੁਪੱਟਾ ਹੈ ਉਹ ਪਾ ਕੇ ਉਹਨੂੰ ਬੇਦਰਦੀ ਦੇ ਨਾਲ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਆਪਦੇ ਘਰ ਦੇ ਸੇਨ ਦੇ ਵਿੱਚ ਦਫਨ ਕਰ ਦਿੰਦੇ ਨੇ ਤੇ ਉਹਦੇ ਕੋਲ ਜਿਹੜਾ ਨਗਦੀ ਪੈਸਿਆਂ ਦਾ ਨਿਜ਼ਾਮ ਹੁੰਦਾ ਹੈ ਤੇ ਨਾਲ ਨਾਲ ਸੋਨਾ ਹੁੰਦਾ ਹੈ ਔਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੈ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਉਹਦੇ ਭਰਾ ਨੂੰ ਤਸ਼ਵੀਸ਼ ਲਾਹਕ ਹੁੰਦੀ ਏ ਤੇ ਉਹ ਰਿਸ਼ਤੇਦਾਰਾਂ ਤੋਂ ਪੁੱਛਣ ਤੋਂ ਬਾਅਦ ਥਾਣੇ ਆਉਂਦਾ, ਇੱਥੇ ਆ ਕੇ ਇੱਕ ਐਪਲੀਕੇਸ਼ਨ ਦਿੰਦਾ ਜਿਹਨੂੰ 9 ਮਹੀਨੇ ਗੁਜ਼ਰ ਜਾਂਦੇ ਨੇ ਤੇ ਪੁਲਿਸ ਇਸ ਮਾਮਲੇ ਨੂੰ ਵੇਖਦੀ ਨਹੀਂ ਦੀ ਕਿ ਇਹ ਇੱਕ ਜਿਹੜੀ ਸਰਦਾਰਾ ਬੀਬੀ ਉਹ ਲਾਪਤਾ ਹੈ। ਫਿਰ ਕੀ ਹੁੰਦਾ ਹੈ ਕਿ ਅਸਲਮ ਭੱਟੀ ਉੱਥੇ SHO ਲੱਗਦਾ ਤੇ ਉਸ ਤੋਂ ਬਾਅਦ ਉਹ ਇਸ ਕੇਸ ਨੂੰ ਓਪਨ ਕਰਦਾ, ਸਾਰੀ ਸੂਰਤ ਹਾਲ ਵੇਖਦਾ, ਇਹਦੇ ਉੱਤੇ ਇੱਕ ਖਸੂਸੀ ਟੀਮ ਬਣਾਉਂਦਾ, DPO ਕਸੂਰ ਦੇ ਨਾਲ ਰਾਬਤਾ ਕਰਦਾ ਕਿ ਸਰ ਇਹ ਇਸ ਤਰ੍ਹਾਂ ਦੀ ਇੱਕ 9 ਮਹੀਨੇ ਤੋਂ ਜਿਹੜੀ ਰਿਪੋਰਟ ਹੈ ਉਹ ਪਈ ਹੋਈ ਹੈ ਤੇ ਜਿੰਦੇ ਉੱਤੇ ਕਿਸੇ ਕਿਸਮ ਦਾ ਵੀ ਜਿਹੜਾ ਕੰਮ ਹੈ ਉਹ ਨਹੀਂ ਕੀਤਾ ਗਿਆ। ਅਸਲਮ ਭੱਟੀ ਫਿਰ ਇਹਦੇ ਉੱਤੇ ਜਦੋਂ ਟੀਮ ਬਣਾਉਂਦਾ ਉਸ ਤੋਂ ਬਾਅਦ ਤਫਤੀਸ਼ ਕੀਤੀ ਜਾਂਦੀ ਹੈ। ਉਹਦਾ ਜਿਹੜਾ ਭਰਾ ਹੁੰਦਾ ਸਰਦਾਰਾ ਬੀਬੀ ਦਾ ਉਹ ਇੱਥੇ ਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਭਤੀਜੇ ਹੁੰਦੇ ਨੇ ਤਫਤੀਸ਼ ਦੇ ਦੌਰਾਨ ਥੋੜਾ ਬਹੁਤਾ ਉਹਨਾਂ ਦੇ ਉੱਤੇ ਸ਼ੱਕ ਜਾਂਦਾ ਹੈ। ਫਿਰ ਉਹਦਾ ਜਿਹੜਾ ਭਰਾ ਹੁੰਦਾ ਉਹ ਕਹਿੰਦਾ ਹੈ ਕਿ ਫੌਰੀ ਤੌਰ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਤਫਤੀਸ਼ ਕੀਤੀ ਜਾਵੇ। ਤੇ ਫਿਰ ਜਦੋਂ ਤਫਤੀਸ਼ ਦਾ ਅਮਲ ਸ਼ੁਰੂ ਹੁੰਦਾ ਤੇ ਫਿਰ ਪਤਾ ਚੱਲਦਾ ਹੈ ਕਿ ਜਿਹੜੇ ਭਤੀਜੇ ਨੇ ਉਹਨਾਂ ਨੇ ਆਪਦੀ ਫੁੱਫੀ ਦਾ ਨਾਹਕ ਕਤਲ ਕੀਤਾ ਬੇਦਰਦੀ ਦੇ ਨਾਲ, ਗਲੇ ਦੇ ਵਿੱਚ ਦੁਪੱਟਾ ਪਾ ਕੇ ਤੜਪਾ ਕੇ ਉਸ ਤੋਂ ਬਾਅਦ ਘਰ ਦੇ ਸੀਨ ਦੇ ਵਿੱਚ ਹੀ ਦਫਨ ਕਰ ਦਿੰਦੇ ਨੇ, ਬਾਹਰ ਨਹੀਂ ਲੈ ਕੇ ਜਾਂਦੇ ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ। ਇਹ ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ। ਇਸ ਤਰ੍ਹਾਂ ਦੇ ਪਹਿਲੇ ਵੀ ਕਾਫੀ ਜ਼ਿਆਦਾ ਜਾਇਦਾਦ ਦੇ ਲਾਲਚ ਦੇ ਵਿੱਚ ਜਿਹੜੇ ਵਾਕਿਆਤ ਨੇ ਰਿਪੋਰਟ ਹੋ ਗਏ ਨੇ, ਉਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਲਾਲਚ ਨਹੀਂ ਛੱਡਦੇ। ਹੁਣ ਆਪਦੀ ਸਕੀ ਫੁੱਫੀ ਨੂੰ ਇਸ ਤਰ੍ਹਾਂ ਬੇਦਰਦੀ ਦੇ ਨਾਲ ਕਤਲ ਕਰਨ ਤੋਂ ਬਾਅਦ ਮੌਕੇ ਦੇ ਉੱਤੋਂ ਮੁਲਜ਼ਮਾਨ ਜਿਹੜੇ ਸੀ ਫਰਾਰ ਹੋ ਗਿਆ ਸੀ ਤੇ ਹੁਣ ਉਹ ਫੜੇ ਗਏ ਨੇ। ਸਾਰੀ ਜ਼ਿੰਦਗੀ ਜਿਹੜੀ ਇਹਨਾਂ ਦੀ ਜ਼ਿੰਦਗੀ ਏ ਉਹ ਜੇਲ੍ਹ ਦੀ ਚੱਕੀ ਪੀਸਣ ਦੇ ਵਿੱਚ ਲੰਘ ਜਾਵੇਗੀ। ਲਾਲਚ ਹਮੇਸ਼ਾ ਬੁਰੀ ਬਲਾ ਹੁੰਦੀ ਹੈ ਤੇ ਲਾਲਚ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਲਾਲਚ ਕਰਕੇ ਇੱਕ ਤਾਂ ਆਪਦੀ ਜਿਹੜੀ ਸਕੀ ਫੁੱਫੋ ਹੈ ਉਹਨੂੰ ਦੁਨੀਆ ਤੋਂ ਜਿਹੜਾ ਹੈ ਉਹ ਅਗਲੇ ਜਾਨ ਪਹੁੰਚਾ ਦਿੱਤਾ ਹੈ ਤੇ ਨਾਲ ਨਾਲ ਆਪਦੇ ਜਿਹੜੇ ਭੈਣਾਂ ਭਰਾ ਨੇ, ਮਾਂ ਪਿਓ ਏ, ਉਹਨਾਂ ਵਾਸਤੇ ਵੀ ਇਜ਼ਾਬ ਪੈਦਾ ਕਰ ਦਿੱਤਾ ਹੈ। ਹੁਣ ਸਾਰੀ ਜ਼ਿੰਦਗੀ ਇਹ ਜੇਲ੍ਹ ਦੀ ਚੱਕੀ ਪੀਸਣ ਦੇ ਤੇ ਜਿਹੜਾ ਮਾਂ ਪਿਓ ਏ ਤੇ ਨਾਲ ਦੂਸਰੇ ਜਿਹੜੇ ਭੈਣਾਂ ਭਰਾ ਨੇ ਉਹ ਰੋਂਦੇ ਹੋਏ ਨਜ਼ਰ ਆਉਂਦੇ। ਇਸ ਵਾਸਤੇ ਲਾਲਚ ਕਦੇ ਵੀ ਨਹੀਂ ਕਰਨਾ ਚਾਹੀਦਾ। ਅਗਰ ਉਹ ਸਰਦਾਰਾ ਬੀਬੀ ਨੂੰ ਵੈਸੇ ਵੀ ਕਹਿੰਦੇ ਕਿਉਂਕਿ ਇਹਨਾਂ ਦੀ ਸਕੀ ਫੁੱਫੋ ਸੀ ਤੇ ਉਹਨੇ ਇਹਨਾਂ ਦੇ ਨਾਮ ਜਾਇਦਾਦ ਕਰ ਦੇਣੀ ਸੀ। ਜਾਇਦਾਦ ਬੰਦੇ ਦੇ ਨਾਲ ਨਹੀਂ ਜਾਂਦੀ ਹੁੰਦੀ। ਇਸ ਵਾਸਤੇ ਜਿਹੜੇ ਰਿਸ਼ਤੇ ਹੁੰਦੇ ਨੇ ਇਹਨਾਂ ਦੇ ਨਾਲ ਪਿਆਰ ਕਰੋ, ਮੁਹੱਬਤ ਕਰੋ। ਪਿਆਰ ਤੇ ਮੁਹੱਬਤ ਦੇ ਨਾਲ ਹਰ ਚੀਜ਼ ਮਿਲ ਜਾਂਦੀ ਹੈ। ਲਾਲਚ ਜਿਹੜਾ ਬੰਦੇ ਨੂੰ ਤਬਾਹ ਕਰ ਦਿੰਦਾ ਹੈ। ਪੁਲਿਸ ਨੇ ਜਿਹੜਾ ਪਹਿਲੇ ਸਾਰੀ ਬੇਹਿੱਸੀ ਦਾ ਮੁਜ਼ਾਹਰਾ ਕੀਤਾ ਹੈ, ਅਸਲਮ ਭੱਟੀ ਨੇ ਆ ਕੇ ਇਸ ਕੇਸ ਨੂੰ ਹੱਲ ਕੀਤਾ ਹੈ।
ਉਹ ਕਾਫੀ ਜ਼ਿਆਦਾ ਮਿਹਨਤੀ ਐਸਐਚਓ ਹੈ। ਮੈਂ ਉਹਨੂੰ ਖਰਾਜੇ ਤਹਿਸੀਨ ਪੇਸ਼ ਕਰਾਂਗਾ ਕਿ ਉਹਨੇ ਇੱਕ ਜਿਹੜਾ ਅੰਧੇ ਕਤਲ ਦਾ ਸਰਾਗ ਹੈ ਉਹਨੂੰ ਮਾਮਲੇ ਨੂੰ ਮੈਂ ਉਹਨੂੰ ਖਰਾਜੇ ਤਹਿਸੀਨ ਪੇਸ਼ ਕਰਾਂਗਾ ਕਿ ਉਹਨੇ ਜਿਹੜਾ ਅੰਧੇ ਕਤਲ ਦਾ ਮਾਮਲਾ ਹੈ ਫੌਰੀ ਤੌਰ ਦੇ ਉੱਤੇ ਹੱਲ ਕੀਤਾ ਹੈ। ਇਸ ਤਰ੍ਹਾਂ ਦੀਆਂ ਸਟੋਰੀਆਂ ਕਰਨ ਦਾ ਮਕਸਦ ਇਹ ਆ ਕਿ ਤੁਹਾਨੂੰ ਲੋਕਾਂ ਨੂੰ ਅਵੇਅਰਨੈਸ ਮਿਲ ਜਾਵੇ, ਇਹ ਜਿਹੜੇ ਮੁਲਜ਼ਮਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ, ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ, ਵੇਖਦੇ ਰਹੋ ਲਾਹੌਰ ਡਿਜੀਟਲ।